ਅੱਜ ਸੱਜਣੋ ਦੇ ਮਿੱਤਰੋ ਆਪਾਂ ਗੱਲ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਰਸਮੋ ਰਿਵਾਜ, ਹੁਣ ਦੇ ਰਿਵਾਜ ਤੇ ਪੁਰਾਣੇ ਰਿਵਾਜ। ਹੁਣ ਦਾ ਰਹਿਣ ਸਹਿਣ ਤੇ ਪੁਰਾਣਾ ਰਹਿਣ ਸਹਿਣ। ਐਡਾ ਪੁਰਾਣਾ ਵੀ ਨਹੀਂ, ਜਦੋਂ ਦਾ ਪਾਕਿਸਤਾਨ ਬਣਿਆ ਉਸ ਤੋਂ ਬਾਅਦ ਦਾ ਹੀ, ਜਾਨੀ ਜਦੋਂ ਸਾਡੀ ਹੋਸ਼ ਆ ਤੇ ਸਾਡੀ ਸੰਨ 70 ਤੋਂ ਬਾਅਦ ਦੀ ਅਸੀਂ ਗੱਲ ਕਰਾਂਗੇ, ਸੰਨ 75 ਤੋਂ। ਤੇ ਰਸਮੋ ਰਿਵਾਜ, ਡਾਕਟਰ ਸਾਹਿਬ ਤੁਸੀਂ ਦੱਸੋ ਕਿ ਅੱਜ ਤੇ ਜਿਹੜਾ ਪਿਛਲਾ ਦੌਰ ਗੁਜ਼ਰ ਗਿਆ ਉਹਦੇ ਰਸਮੋ ਰਿਵਾਜ 'ਚ ਕੀ ਫ਼ਰਕ ਆ ਤੇ ਰਹਿਣ ਸਹਿਣ 'ਚ ਕੀ फ़र्क ਆ? ਔਜ਼ੁबिल्लाहि मिनश शैतानिर रजीम बिस्मिल्लाहिर रहमानिर रहीम। असल ਦੇ ਵਿੱਚ ਪਹਿਲੇ ਜਿਹੜੇ ਰਸਮੋ ਰਿਵਾਜ ਸੀਗੇ ਨਾ, ਉਹ ਤੇ ਬਹੁਤ ਆਲਾ ਰਸਮੋ ਰਿਵਾਜ ਸੀਗੇ। ਬੰਦੇ ਇਕੱਠੇ ਹੋ ਕੇ ਬਹਿੰਦੇ ਸੀਗੇ, ਇੱਕ ਦੂਸਰੇ ਦਾ ਦੁੱਖ ਸੁੱਖ ਵੰਡਦੇ ਸੀਗੇ। ਸਾਰਾ ਦਿਨ ਕੰਮ ਵੀ ਕਰਨਾ, ਕੰਮ ਵੀ ਬਹੁਤ ਜ਼ਿਆਦਾ ਹੁੰਦਾ ਸੀਗਾ। ਇਸ ਦੇ ਬਾਵਜੂਦ ਲੋਕਾਂ ਦੇ ਕੋਲ ਬਹਿਣ ਦਾ ਟਾਈਮ ਬੜਾ ਖੁੱਲ੍ਹਾ ਹੁੰਦਾ ਸੀਗਾ। ਯਾਨੀ ਦੁਪਹਿਰ ਨੂੰ ਲੋਕਾਂ ਨੇ ਬਹਿਣਾ, ਸ਼ਾਮ ਨੂੰ ਇਕੱਠੇ ਹੋ ਕੇ ਰਾਤ ਨੂੰ ਬਹਿਣਾ, ਸਾਰਿਆਂ ਨੇ ਇੱਕ ਦੂਸਰੇ ਦਾ ਦੁੱਖ ਸੁੱਖ ਫੋਲਣਾ। ਤੇ ਹੁਣ ਤੇ ਕੰਮ ਵੀ ਕੋਈ ਕਿਸੇ ਬੰਦੇ ਨੂੰ ਕੋਈ ਨਹੀਂ ਹੈਗਾ, ਤੇ ਫਿਰ ਵੀ ਬੰਦੇ ਇਕੱਠੇ ਹੋ ਕੇ 10-20 ਮਿੰਟ, ਘੰਟਾ, ਅੱਧਾ ਘੰਟਾ ਨਹੀਂ ਬਹਿ ਸਕਦੇ। ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਆ ਹੁਣ ਵਿਹਲਾ ਹੀ ਬੰਦਾ ਬਿਜ਼ੀ ਆ, ਵਿਹਲਾ ਹੀ ਬੰਦਾ ਬਿਜ਼ੀ ਆ। ਤੇ ਉਹ ਵਕਤ ਜਿਹੜਾ ਸੀਗਾ ਉਹਦੇ ਵਿੱਚ ਬਰਕਤ ਵੀ ਬੜੀ ਸੀਗੀ ਤੇ ਸਾਦਾ ਰਹਿਣ ਸਹਿਣ ਸੀਗਾ। ਇੱਕ ਸੂਟ ਕੱਪੜਿਆਂ ਸੰਭਾਲਣਾ, ਅੱਲਾ ਦੇ ਬੰਦੇ ਉਹ 5-5 ਸਾਲ ਲੋਕਾਂ ਨੇ ਪਾਈ ਫਿਰਨਾ। ਤੇ ਹੁਣ ਤੇ 5 ਸੂਟ ਕੱਪੜਿਆਂ ਦੇ 10 ਹੋਣ ਤੇ ਫਿਰ ਜਾ ਕੇ ਛਮਾਈ ਟੱਪਦੀ ਬੰਦਿਆਂ ਦੀ। ਉਸ ਤੋਂ ਇਲਾਵਾ ਸਾਈਕਲ ਦਾ ਰਿਵਾਜ ਹੁੰਦਾ ਸੀਗਾ, ਖੋਤੀ ਰੇਹੜੀ ਦਾ ਰਿਵਾਜ ਹੁੰਦਾ ਸੀਗਾ, ਪੈਦਲ ਸਫ਼ਰ ਦਾ ਰਿਵਾਜ ਹੁੰਦਾ ਸੀਗਾ। ਬੰਦਿਆਂ ਨੇ ਡੇਰੇ ਕੰਮ ਕਰਨਾ, ਡੇਰਿਆਂ 'ਤੇ ਜ਼ਮੀਨਾਂ ਦੇ ਵਿੱਚ, ਤੇ ਔਰਤਾਂ ਨੇ ਮਗਰ ਰੋਟੀਆਂ ਲੈ ਕੇ ਜਾਣਾ, ਤੇ ਔਰਤਾਂ ਨੇ ਜਾ ਕੇ ਪੂਰਾ ਪੂਰਾ ਸਾਥ ਦੇਣਾ, ਹੱਥ ਵਟਾਉਣਾ ਕੰਮ ਦੇ ਵਿੱਚ। ਤੇ ਹੁਣ ਬੰਦੇ ਵਿਚਾਰੇ ਇਕੱਲੇ ਖਪਦੇ ਆ ਤੇ ਔਰਤਾਂ ਵਿਚਾਰੀਆਂ ਘਰ ਇਕੱਲੀਆਂ ਖਪਦੀਆਂ। ਡਾਕਟਰ ਸਾਹਿਬ ਤੁਹਾਡੀ ਗੱਲ ਟੋਕਾਂ ਕਿ ਸਾਈਕਲ ਦਾ ਰਿਵਾਜ ਤਾਂ ਹੁਣ ਫਿਰ ਆ ਗਿਆ। ਪੈਟਰੋਲ ਨੇ ਸਾਈਕਲ ਦਾ ਰਿਵਾਜ ਤਾਂ ਲਿਆਂਦਾ, ਲੇਕਿਨ ਸਾਈਕਲ ਵੀ ਗਰੀਬ ਦੀ ਪਹੁੰਚ ਤੋਂ ਦੂਰ ਹੋ ਗਿਆ। ਸਾਈਕਲ ਵੀ ਨਹੀਂ ਖਰੀਦ ਸਕਦਾ। 30,000 ਦਾ ਸਾਈਕਲ ਹੋ ਗਿਆ, 50,000 ਦਾ ਖੋਤਾ ਹੋ ਗਿਆ, ਤੇ ਪੈਟਰੋਲ 300 ਨੂੰ 350 ਲੀਟਰ ਹੋ ਗਿਆ। ਤੇ ਗਰੀਬ ਆਦਮੀ ਹੁਣ ਤੇ ਸਿਵਾਏ ਆਪਣੇ ਪੈਰਾਂ ਤੋਂ ਹੋਰ ਕਿਸੇ ਚੀਜ਼ ਦਾ ਸਹਾਰਾ ਕੋਈ ਨਹੀਂ ਗਰੀਬ ਨੂੰ। ਤੇ ਗਲ ਕੱਪੜਾ ਕੋਈ ਨਹੀਂ ਕਿਸੇ ਦੇ ਸੌਦਾ, ਜੁੱਤੀ ਪੈਰਾਂ 'ਚ ਕੋਈ ਨਹੀਂ ਕਿਸੇ ਬੰਦੇ ਦੇ। ਯਾਨੀ ਗਰੀਬ ਆਦਮੀ ਜਿਹੜਾ ਉਹ ਵਿਚਾਰਾ ਪਿਸ ਰਿਹਾ। ਤੇ ਜਿਹੜੇ ਰਸਮੋ ਰਿਵਾਜ ਨੇ ਡਾਕਟਰ ਸਾਹਿਬ, ਜਿਵੇਂ ਹੁਣ ਇਹ ਤੁਸੀਂ ਵੇਖਿਆ ਹੋਏਗਾ ਕਿ ਖੁਸ਼ੀ ਗਮੀ ਦੇ ਉੱਤੇ ਪਹਿਲੇ ਜਿਹੜੀਆਂ ਸ਼ਾਦੀਆਂ ਹੁੰਦੀਆਂ ਸਨ, ਮੈਂ ਦੇਖਿਆ ਸੀ ਲੋਕ ਇੱਕ ਦੂਸਰੇ ਦੀ ਹੈਲਪ ਵਾਸਤੇ ਨਾ ਕਹਿੰਦੇ ਸੀ ਰੋਟੀ ਲੈ ਕੇ ਆਏ ਆ, ਸੂਟ ਹੋਣਾ ਕੱਪੜਿਆਂ ਦਾ, ਚੀਨੀ ਹੋਣੀ, ਚਾਵਲ ਹੋਣੇ, ਕੋਈ ਦੇਸੀ ਖੰਡ ਘਰ ਦੀ ਹੁੰਦੀ ਸੀ, ਚੀਨੀ ਨਹੀਂ ਹੁੰਦੀ ਸੀ। ਤੇ ਹੁਣ ਤੇ ਉਹ ਸਿਸਟਮ ਹੀ ਖਤਮ ਹੋ ਗਿਆ। ਸਾਰਾ ਟੱਬਰ ਰੋਟੀ ਖਾਂਦਾ, ਰੁਪਈਆ 500 ਫੜਾ ਕੇ ਉਰਾਂ ਆ ਜਾਂਦਾ। ਦੇਖੋ ਜੀ, ਇਹ ਤੇ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਨਾ। ਉਹ ਵਕਤ ਜਿਹੜਾ ਸੀ ਉਹ ਸਸਤਾ ਵਕਤ ਸੀਗਾ। ਹੁਣ ਤੇ ਮਹਿੰਗਾਈ ਇਤਨੀ ਆ ਕਿ 2,000-3,000 ਦੇ ਵਿੱਚ ਇੱਕ ਬੰਦੇ ਦਾ ਖਾਣਾ ਤਿਆਰ ਹੁੰਦਾ ਸ਼ਾਦੀ ਵਿਆਹ 'ਤੇ, ਤੇ ਬੰਦਾ 500 ਰੁਪਇਆ ਫੜਾ ਗਾਂਹ ਜਾਂਦਾ। ਫਿਰ ਉਦੋਂ ਜ਼ਿਆਦਾਤਰ ਚੀਜ਼ਾਂ ਲੋਕ ਐਵੇਂ ਇਕੱਠੀਆਂ ਕਰ ਲੈਂਦੇ ਸੀ। ਯਾਨੀ ਦੁੱਧ ਇਕੱਠਾ ਕਰ ਲੈਣਾ ਮਹੱਲੇ ਦੇ ਵਿੱਚੋਂ, ਤੇ ਦਹੀਂ ਇਕੱਠਾ ਕਰ ਲੈਣਾ ਮਹੱਲੇ ਦੇ ਵਿੱਚੋਂ, ਮੰਜੀ ਬਿਸਤਰਾ ਹਰ ਚੀਜ਼, ਰਿਹਾਇਸ਼ ਦੀ ਜਗ੍ਹਾ ਹਮਸਾਏ ਨੇ ਦੇ ਦੇਣੀ। ਤੇ ਉਦੋਂ ਬੜਾ ਆਸਾਨ ਵਕਤ ਸੀਗਾ। ਹੁਣ ਤੇ ਅੱਲਾ ਦਾ ਬੰਦਾ ਅਸੀਂ ਵੇਖਿਆ ਕਿ ਦੁੱਧ ਲੈਣ ਜਾਓ ਨਾ ਕਿਸੇ ਦੇ ਘਰੋਂ, ਤੇ ਕਿਸੇ ਦੇ ਕੋਲ ਲੱਸੀ ਵੀ ਕੋਈ ਨਹੀਂ, ਤੇ ਦੁੱਧ ਦਾ ਫੈਂਟਾ ਪਾਉਣਾ ਵਿੱਚ ਕੀ ਹੁੰਦਾ ਉਹ ਅਗਲਾ ਵੀ ਕੱਢ ਲੈਂਦੇ ਨੇ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਗੱਲ ਇਹ ਆ ਕਿ ਹੁਣ ਹਾਲਾਤ ਐਡੇ ਟਫ ਹੋ ਗਏ ਨੇ ਕਿ ਜ਼ਿਮੀਂਦਾਰ ਵੀ ਕੀ ਕਰੇ, ਵੱਡਾ ਬੜਾ ਮਹਿੰਗਾ ਦੁੱਧ ਵੇਚ ਦਿੰਦਾ। ਉਹਦੇ ਆਪਣੇ ਘਰ ਵੀ ਵਿਚਾਰੇ ਦੇ ਦੁੱਧ ਨਹੀਂ ਹੁੰਦਾ ਚਾਹ ਵਾਸਤੇ, ਉਹ ਵੀ ਮੁੱਲ ਲਿਆਉਣਾ ਪੈਂਦਾ। ਤੇ ਬਹੁਤ ਸਾਰੇ ਲੋਕ ਨੇ ਅੱਜ ਵੀ ਦੁੱਧ ਸੰਭਾਲ ਕੇ ਰੱਖਦੇ। ਸੱਜਣੋ ਤੁਸੀਂ ਵੇਖਦੇ ਪਏ ਹੋ ਪਿੰਡਾਂ ਦੀਆਂ ਗੱਲਾਂ, ਤੇ SAJ TV ਵੇਖਦੇ ਪਏ, ਉਹਨੂੰ ਲਾਈਕ ਵੀ ਕਰੋ, ਸਬਸਕ੍ਰਾਈਬ ਵੀ ਕਰੋ। ਡਾਕਟਰ ਸਾਹਿਬ ਇਹ ਕਿਉਂ ਨਹੀਂ ਬੰਦਾ ਚਾਦਰ ਦੇਖ ਕੇ ਅਗਰ ਆਪਣੇ ਪੈਰ ਫੈਲਾਵੇ ਤੇ ਜੇਬ 'ਤੇ ਵੀ ਆਪਣੇ 'ਤੇ ਕੰਟਰੋਲ ਰੱਖੇ? ਦੇਖੋ ਜੀ, ਚਾਦਰ ਵੇਖ ਕੇ ਪੈਰ ਫੈਲਾਉਣੇ ਕਿ ਚਾਦਰ ਹੁਣ ਤੇ ਬਾਬਾ ਫਟੀ ਪਈ ਆ ਨਾ। ਹੁਣ ਚਾਦਰ ਵੇਖ ਕੇ ਕੀ ਪੈਰ ਫੈਲਾਉਣੇ? ਚਾਦਰ ਹੀ ਫਟ ਗਈ। ਹੁਣ ਤੇ ਚਾਦਰ ਹੀ ਫਟ ਗਈ ਹਰ ਬੰਦੇ ਦੀ, ਤੇ ਹੁਣ ਤੇ ਇਕੱਲੇ ਪੈਰ ਹੀ ਰਹਿ ਗਏ ਆ, ਚਾਦਰ ਚੂਦਰ ਕੋਈ ਨਹੀਂ ਰਹੀ ਕਿਸੇ ਬੰਦੇ ਦੇ ਦੇਣ। ਤੇ ਜੇ ਇੱਦਾਂ ਸਾਡੀਆਂ ਜਿਹੜੀਆਂ ਹਕੂਮਤਾਂ, ਸਾਡੀਆਂ ਗੌਰਮੈਂਟਾਂ, ਉਹ ਇੱਦਾਂ ਕਰ ਦੇਣ ਕਿ ਇੱਕ ਵਨ ਡਿਸ਼ ਮੁਕਰਰ ਕਰ ਦੇਣ ਹਰ ਗਰੀਬ ਅਮੀਰ 'ਤੇ, ਸਖਤੀ ਨਾਲ ਲਾਗੂ ਕੀਤਾ ਜਾਵੇ ਕਿ ਇੱਕ ਡਿਸ਼ ਪਕਾਓ ਸ਼ਾਦੀਆਂ 'ਤੇ, ਤੇ ਗਰੀਬ ਜਿਹੜੇ ਸ਼ਾਦੀਆਂ ਦੇ ਇੰਤਜ਼ਾਰ 'ਚ ਬੈਠੇ ਉਹਨਾਂ ਕੋਲ ਪੈਸਾ ਨਹੀਂ, ਉਹ ਵੀ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕਰ ਲੈਣ। ਸ਼ਾਦੀ 'ਤੇ ਸਿਰਫ ਇੱਕ ਡਿਸ਼ ਹੋਣੀ ਚਾਹੀਦੀ ਆ, ਤੇ ਉਹ ਵੀ ਚਾਹ ਤੇ ਪਾਪੇ ਹੋਣੇ ਚਾਹੀਦੇ ਨੇ। ਇਹ ਪਕਾਉਣ ਪਕਾਉਣ ਵਾਲਾ ਸਿਸਟਮ ਕੋਈ ਨਹੀਂ ਹੋਣਾ ਚਾਹੀਦਾ, ਕਿਉਂਕਿ ਘਿਓ ਬੜਾ ਮਹਿੰਗਾ, ਹਰ ਚੀਜ਼ ਮਹਿੰਗੀ ਆ। ਗਰੀਬ ਬੰਦਾ ਤੇ ਸ਼ਾਦੀ ਕਰ ਸਕਦਾ ਹੀ ਕੋਈ ਨਹੀਂ, ਨਾ ਗਰੀਬ ਘਰ ਬਣਾ ਸਕਦਾ ਤੇ ਨਾ ਸ਼ਾਦੀ ਕਰ ਸਕਦਾ। ਉਹ ਤਾਂ ਰੁੱਖੀ ਮਿੱਸੀ ਰੋਟੀ ਬੜੀ ਔਖੀ ਖਾਣ ਡਿਆ ਹੈ। ਤੇ ਬਾਕੀ ਡਾਕਟਰ ਸਾਹਿਬ ਜਿਹੜੇ ਰਸਮ ਰਿਵਾਜ ਨੇ, ਬਿਲਕੁਲ ਇਹ ਤੁਹਾਡੀ ਗੱਲ ਬਜਾ ਆ ਕਿ ਇੱਕ ਹੀ ਡਿਸ਼ ਹੋਵੇ, ਸਸਤਾ ਜਿਹਾ ਕੰਮ ਹੋਵੇ, ਚਾਹ ਹੋਵੇ ਤੇ ਰਸ ਹੋਣ ਜਿਹਨੂੰ ਪਾਪੇ ਕਹਿੰਦੇ ਆ, ਤੇ ਉਹ ਆਵੇ ਤੇ ਨਿਕਾਹ ਕੀਤਾ, ਬੱਚੀ ਦਾ ਤੋੜ ਦਿੱਤੀ,
ਤੇ ਬੱਚਿਆਂ ਦੀਆਂ ਸ਼ਾਦੀਆਂ ਹੋਣ, ਜਿਹੜੇ ਬੱਚੇ ਬੱਚੀਆਂ ਬੈਠੇ ਨੇ ਵਿਚਾਰੇ ਪੈਸੇ ਦੀ ਵਜ੍ਹਾ ਤੋਂ ਬੈਠੇ ਨੇ, ਅੱਲਾਹ ਪਾਕ ਉਹਨਾਂ ਦੀਆਂ ਜਲਦ ਜਲਦ ਸ਼ਾਦੀਆਂ ਇੱਕ ਜਹੇਜ਼ ਦੀ ਬਹੁਤ ਵੱਡੀ ਲਾਨਤ ਹੈ ਜੀ। ਜਹੇਜ਼ ਦੀ ਲਾਨਤ ਇਤਨੀ ਬੜੀ ਹੋ ਗਈ ਆ ਕਿ ਮੈਂ ਹਿਸਾਬ ਲਾਇਆ ਕਿ ਗਰੀਬ ਆਦਮੀ ਲੋਕ ਬਲਕਿ ਗਰੀਬ ਘਰ ਦੇ ਵਿੱਚੋਂ ਰਿਸ਼ਤਾ ਪੁੱਛਣੋਂ ਹੀ ਹਟ ਗਏ ਨੇ ਕਿ ਗਰੀਬ ਆਦਮੀ ਜਹੇਜ਼ ਨਹੀਂ ਦੇਗਾ ਜਾਂ ਸਾਡੀ ਹੈਲਪ ਨਹੀਂ ਕਰੇਗਾ। ਇਸ ਵਾਸਤੇ ਗਰੀਬ ਬੰਦੇ ਕੋਲ ਰਿਸ਼ਤਾ ਲੋਕ ਪੁੱਛਣੋਂ ਹੀ ਹਟ ਗਏ ਨੇ। ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਜਹੇਜ਼ ਤਾਂ ਸਾਡੇ ਹਮਸਾਇਆ ਮੁਲਕ ਦੇ ਵਿੱਚ ਵੀ ਜਹੇਜ਼ ਦੇ ਰੌਲੇ ਰਹਿੰਦੇ ਨੇ। ਇਸਲਾਮ ਦੇ ਮੁਤਾਬਕ ਤੇ ਜੋ ਉਸਤਾਦ ਹੋਵੇ ਉਹ ਦੇਣਾ ਚਾਹੀਦਾ, ਲੇਕਿਨ ਜਹੇਜ਼ ਦੀ ਲਾਨਤ ਤੋਂ ਸਾਨੂੰ ਅੱਜ ਐਜ਼ ਏ ਮੁਸਲਮਾਨ ਭੱਜਣਾ ਚਾਹੀਦਾ। ਐਜ਼ ਏ ਮੁਸਲਮਾਨ ਸਾਨੂੰ ਜਹੇਜ਼ ਦੀ ਲਾਨਤ ਤੋਂ ਬਚਣਾ ਚਾਹੀਦਾ। ਤੇ ਸਾਡੀ ਦੁਆ ਆ ਕਿ ਜਿੰਨੇ ਵੀ ਬਿਮਾਰ ਨੇ ਅੱਲਾਹ ਪਾਕ ਉਹਨਾਂ ਨੂੰ ਸ਼ਿਫਾ ਦੇਵੇ। ਜਿੰਨੇ ਵੀ ਲੋਕ ਦੇ ਘਰ ਵਿੱਚ ਬੱਚੀਆਂ ਬੱਚੇ ਬੈਠੇ ਨੇ, ਅੱਲਾਹ ਪਾਕ ਉਹਨਾਂ ਦੀਆਂ ਸ਼ਾਦੀਆਂ ਜਲਦ ਜਲਦ ਫਰਮਾਵੇ। ਅੱਲਾਹ ਪਾਕ ਇਸ ਮੁਲਕ ਨੂੰ ਅਮਨ ਦਾ ਗਹਿਵਾਰਾ ਬਣਾਵੇ। ਤੇ ਬਾਕੀ ਇਨਸ਼ਾਅੱਲਾ ਕਾਜ਼ੀ ਸਾਹਿਬ ਆ ਗਏ ਨੇ ਨਵੇਂ ਸੁਪਰੀਮ ਕੋਰਟ ਦੇ, ਤੇ ਇਨਸ਼ਾਅੱਲਾ ਤੁਸੀਂ ਵੇਖੋ ਉਹ ਆਮ ਦੀਆਂ ਉਮੀਦਾਂ 'ਤੇ ਪੂਰਾ ਉਤਰਨਗੇ। ਰੱਬ ਰਾਖਾ, ਅਗਲੇ ਵਲਾਗ 'ਤੇ ਹਾਜ਼ਰ ਹੋਵਾਂਗੇ।